ਮੁੱਦਾ ਯੂਐਸਏ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਬੜਾ ਹੀ ਖਾਸ ਵਿਸ਼ਾ ਹੈ, ਕਿਉਂਕਿ ਟਰੱਕਿੰਗ ਇੰਡਸਟਰੀ ਜਿਹੜੀ ਆ ਅਮਰੀਕਾ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਦਾ ਕਰਦੀ ਹੈ। ਇਕਨੋਮੀ ਦੇ ਵਿੱਚ ਬਹੁਤ ਸਹਾਈ ਸਿੱਧ ਹੁੰਦੀ ਹੈ, ਕਿਉਂਕਿ ਜੇ ਟਰੱਕਿੰਗ ਨਾ ਹੋਵੇ ਤੇ ਮਾਲ ਦੀ ਢੋਆ ਢੁਆਈ ਨਹੀਂ ਹੋ ਸਕਦੀ। ਔਰ ਜਿਹੜਾ ਮੈਕਸਿਮਮ ਇੱਥੇ ਦਾ ਲੋਡ ਹੈ ਉਹ ਟਰੱਕਿੰਗ ਦੇ ਥਰੂ ਹੀ ਢੋਆ ਢੁਆਈ ਦਾ ਕੰਮ ਹੁੰਦਾ ਹੈ। ਲੇਕਿਨ ਟਰੱਕਿੰਗ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਟਰੱਕ ਇੰਸ਼ੋਰੈਂਸ ਆ ਉਹ ਇੱਕ ਬਹੁਤ ਵੱਡਾ ਇਹਦੇ ਵਿੱਚ ਪਾਰਟ ਪਲੇ ਕਰਦੀ ਹੈ, ਔਰ ਉਹਦਾ ਜਿਹੜਾ ਪ੍ਰੀਮੀਅਮ ਆ ਉਹ ਤੁਹਾਨੂੰ ਪ੍ਰੋਫਿਟ ਐਂਡ ਲਾਸ ਵਿੱਚ ਕਾਫੀ ਹੱਦ ਤੱਕ ਉੱਪਰ ਥੱਲੇ ਤੁਹਾਨੂੰ ਨਜ਼ਰ ਆਉਂਦਾ ਹੈ। ਲੇਕਿਨ ਤੁਸੀਂ ਪ੍ਰੀਮੀਅਮ ਨੂੰ ਕਿਸ ਤਰ੍ਹਾਂ ਕਿਹੜੀਆਂ ਸਾਵਧਾਨੀਆਂ ਵਰਤਦੇ ਹੋਏ ਤੁਸੀਂ ਉਹਨੂੰ ਥੱਲੇ ਲਿਆ ਸਕਦੇ ਹੋ, ਇਸੇ ਤੇ ਆਧਾਰਿਤ ਸਾਡਾ ਅੱਜ ਦਾ ਪ੍ਰੋਗਰਾਮ ਹੈ। ਸੋ ਮੁੱਦਾ ਯੂਐਸਏ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਜਗਦੀਪ ਸਿੰਘ, ਜਿਹੜੇ ਕਿ ਆਥੋਰਾਈਜ਼ਡ ਏਜੰਟ ਨੇ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਗਦੀਪ ਜੀ, ਜਿਹੜੀ ਟਰੱਕਿੰਗ ਇੰਸ਼ੋਰੈਂਸ ਆ ਇੱਕ ਬਹੁਤ ਵੱਡਾ ਫੈਕਟਰ ਹੈ ਟਰੱਕਿੰਗ ਕਾਰੋਬਾਰ ਦੇ ਵਿੱਚ। ਬਿਲਕੁਲ ਜੀ। ਟਰੱਕਿੰਗ ਇੰਸ਼ੋਰੈਂਸ ਸੰਜੀਵ ਜੀ, ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ, ਇਹ ਇੱਕ ਬਹੁਤ ਵੱਡੀ ਕਾਸਟ ਜਿਹੜੀ ਆਫ ਡੂਇੰਗ ਬਿਜ਼ਨਸ ਟਰੱਕਿੰਗ ਦੀ, ਉਹਦਾ ਇੱਕ ਬਹੁਤ ਵੱਡਾ ਹਿੱਸਾ ਹੈ ਟਰੱਕਿੰਗ ਬਿਜ਼ਨਸ ਦੇ ਵਿੱਚ। ਤੇ ਅੱਜ ਆਪਾਂ ਜਿਵੇਂ ਕਿ ਡਿਸਾਈਡ ਕੀਤਾ, ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੀ ਆਪਣੀ ਛੋਟੀ ਫਲੀਟ, ਜਿਹੜੀ ਕਿ 2 ਤੋਂ 20 ਟਰੱਕ, ਜਿਹਨੂੰ ਕਿ ਛੋਟੀ ਫਲੀਟ ਮੰਨਦੇ ਨੇ, ਉਹਦੇ ਬਾਰੇ 'ਚ ਆਪਾਂ ਜ਼ਿਆਦਾਤਰ ਗੱਲ ਕਰਾਂਗੇ। ਤੇ ਉਹਦੇ ਵਿੱਚ ਪ੍ਰੀਮੀਅਮ ਨੂੰ ਘਟਾਉਣ ਲਈ ਆਪਾਂ ਕੀ ਕਰ ਸਕਦੇ ਹਾਂ, ਆਪਦੀ ਫਲੀਟ ਨੂੰ ਸੇਫਟੀ ਨਾਲ ਰਨ ਕਰਨ ਲਈ ਆਪਾਂ ਕੀ ਕਰ ਸਕਦੇ ਹਾਂ, ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰਾਂਗੇ। ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਹੁੰਦਾ ਹੈ ਇਹ ਹਮੇਸ਼ਾ ਹੀ ਇੱਕ ਅਵੇਅਰਨੈਸ ਦਾ ਪ੍ਰੋਗਰਾਮ ਹੈ, ਜਾਗਰੂਕ ਕਰਨ ਦਾ ਪ੍ਰੋਗਰਾਮ ਹੈ ਵੀ ਤੁਸੀਂ ਕਿਸ ਤਰ੍ਹਾਂ ਜਾਣਕਾਰੀ ਲੈ ਸਕਦੇ ਹੋ ਕਿ ਜਿਹੜੇ ਜਾਣੇ ਵਿੱਚ ਤੁਹਾਡੇ ਕੋਲ ਗਲਤੀਆਂ ਹੁੰਦੀਆਂ, ਉਹਦੇ ਕਰਕੇ ਤੁਹਾਡਾ ਜਿਹੜਾ ਪ੍ਰੀਮੀਅਮ ਕਈ ਵਾਰ ਵੱਧ ਜਾਂਦਾ ਹੈ। ਸੋ ਜਗਦੀਪ ਜੀ, ਟਰੱਕਿੰਗ ਇੰਸ਼ੋਰੈਂਸ ਜਿਹੜੀ ਹੈ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਦੇਖਿਆ ਜਾਵੇ ਤਾਂ ਕਾਸਟਲੀ ਹੁੰਦੀ ਆ ਰਹੀ ਹੈ। ਬਿਲਕੁਲ ਬਿਲਕੁਲ ਸੰਜੀਵ ਜੀ, ਪਿਛਲੇ 10 ਸਾਲਾਂ ਤੋਂ ਇੰਸ਼ੋਰੈਂਸ ਆ ਜਿਹੜੀ ਨਾ ਆਲਮੋਸਟ ਡਬਲ ਜਾਂ ਕਈ ਕੇਸਾਂ ਦੇ ਵਿੱਚ ਡਬਲ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਤੇ ਉਹਦਾ ਪ੍ਰਾਇਮਰੀ ਰੀਜ਼ਨ ਹੈ ਵੀ ਜਿਹੜੇ ਕਲੇਮ ਦੀ ਜਿਹੜੀ ਐਕਟੀਵਿਟੀ ਆ ਉਹ ਕਿਸੇ ਵੀ ਤਰ੍ਹਾਂ ਘਟ ਨਹੀਂ ਰਹੀ। ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੀ ਕਲੇਮ ਐਕਟੀਵਿਟੀ ਦੇ ਵਿੱਚ ਸਭ ਤੋਂ ਵੱਡਾ ਰੋਲ ਆਪਣੇ 2 ਤੋਂ 20 ਯੂਨਿਟ ਵਾਲੀਆਂ ਫਲੀਟਾਂ ਦਾ ਹੈ। ਠੀਕ ਹੈ ਜੀ। ਤੇ ਉਹ ਕਿਉਂ ਹੈ ਉਹ ਆਪਾਂ ਡਿਸਕਸ ਕਰਦੇ ਹਾਂ। ਮਤਲਬ ਇਹ ਇੰਨਾ ਕੁ ਜ਼ਿਆਦਾ ਖਤਰਨਾਕ ਪੀਰੀਅਡ ਹੈ, ਮਤਲਬ ਇਹ ਗਰੋਥ ਦੇ ਵਿੱਚ ਨਾ, ਟਰੱਕਿੰਗ ਦੇ ਵਿੱਚ ਨਾ, ਇੰਸ਼ੋਰੈਂਸ ਦੇ ਵਿੱਚ, ਇਹਨੂੰ ਇੰਸ਼ੋਰੈਂਸ ਕੰਪਨੀਆਂ ਇਹਨੂੰ ਸੁਸਾਈਡ ਜ਼ੋਨ ਮੰਨਦੀਆਂ ਨੇ। ਵੀ ਜਿਹੜੇ 2 ਤੋਂ 20 ਵਾਲੇ ਟਰੱਕ ਨੇ, ਵੀ ਜੇ ਅਸੀਂ ਉਹਨਾਂ ਦੀ ਇੰਸ਼ੋਰੈਂਸ ਕਰਾਂਗੇ ਤਾਂ ਇਹ ਗਰੰਟੀ ਹੈ ਵੀ ਇੰਸ਼ੋਰੈਂਸ ਕੰਪਨੀ ਨੂੰ ਕੋਈ ਉਸ ਦੇ ਵਿੱਚ ਮੁਨਾਫਾ ਨਹੀਂ ਹੋਏਗਾ। ਉਹਦਾ ਸਭ ਤੋਂ ਵੱਡਾ ਰੀਜ਼ਨ ਆ ਜਾਂਦਾ ਹੈ ਵੀ ਜਿਹੜਾ ਛੋਟੀ ਫਲੀਟ ਹੈ, ਉਹਨੂੰ ਇੱਕ ਓਨਰ ਆ ਜਿਹੜਾ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ। ਉਹਦੇ ਕੋਲ ਕੋਈ ਉਹਦਾ ਸੇਫਟੀ ਲਈ ਕੋਈ ਬੰਦਾ ਨਹੀਂ ਹਾਇਰ ਕਰ ਪਾਉਂਦਾ, ਕਿਉਂਕਿ ਫਲੀਟ ਦਾ ਸਾਈਜ਼ ਛੋਟਾ ਹੈ ਤੇ ਇੰਨਾ ਪ੍ਰੋਫਿਟ ਮਾਰਜਨ ਵੀ ਨਹੀਂ ਹੁੰਦਾ ਵੀ ਇੱਕ ਸੇਫਟੀ ਦੀ ਬੰਦਾ ਹਾਇਰ ਕਰ ਸਕੇ, ਮਤਲਬ ਜਿਹੜਾ ਉਸ ਦੀਆਂ ਵਾਇਲੇਸ਼ਨਾਂ ਨੂੰ ਦੇਖ ਸਕੇ। ਤੇ ਇਹ ਇੱਕ ਬਹੁਤ ਵੱਡਾ ਫੈਕਟਰ ਬਣ ਜਾਂਦਾ ਹੈ ਟਰੱਕ ਇੰਸ਼ੋਰੈਂਸ ਦੇ ਵਿੱਚ। ਜੇਕਰ ਤੁਹਾਡਾ ਸੇਫਟੀ ਸਕੋਰ ਉੱਪਰ ਚਲਾ ਜਾਂਦਾ ਹੈ ਤੇ ਉਹਦੇ ਨਾਲ ਇੰਸ਼ੋਰੈਂਸ ਦੇ ਰੇਟ ਡਾਇਰੈਕਟਲੀ ਕੋਰਿਲੇਟਡ ਨੇ, ਕਹਿ ਲਓ ਵੀ। ਜੇ ਆਪਾਂ ਗੱਲ ਕਰੀਏ ਵੀ ਜਿਹੜੇ ਇੰਸ਼ੋਰੈਂਸ ਦਾ ਪ੍ਰੀਮੀਅਮ ਆ ਟਰੱਕਿੰਗ ਇੰਸ਼ੋਰੈਂਸ ਦਾ, ਇਹ ਕਿੰਨੇ ਤਰ੍ਹਾਂ ਦਾ? ਇਹਦੇ ਵਿੱਚ ਇੱਕ ਲਾਇਬਿਲਿਟੀ ਵੀ ਆ ਜਾਂਦਾ, ਹੋਰ ਕੀ ਹੁੰਦਾ ਇਹਦੇ ਵਿੱਚ? ਇਹਦੇ ਵਿੱਚ ਲਾਇਬਿਲਿਟੀ ਆ ਜਾਂਦੀ ਹੈ ਜਿਹੜੀ ਆਪਾਂ ਕਿਸੇ ਨੂੰ, ਜੇਕਰ ਆਪਣਾ ਟਰੱਕ ਕਿਸੇ ਦੇ ਵਿੱਚ ਵੱਜ ਜਾਂਦਾ ਹੈ, ਜਾਂ ਜਿਵੇਂ ਕਿਸੇ ਦੀ ਕਾਰ ਦੇ ਵਿੱਚ ਜਾਂ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਕਰਦੇ ਆ, ਆਟੋ ਲਾਇਬਿਲਿਟੀ ਪੋਰਸ਼ਨ ਹੈ ਜਿਹੜਾ ਉਸ ਚੀਜ਼ ਨੂੰ ਕਵਰ ਕਰਦਾ ਹੈ। ਠੀਕ ਹੈ ਜੀ। ਫਿਜ਼ੀਕਲ ਡੈਮੇਜ ਪੋਰਸ਼ਨ ਆ ਜਾਂਦਾ ਜਿਹੜਾ ਕਿ ਤੁਹਾਡੇ ਟਰੱਕ ਦੇ ਟ੍ਰੇਲਰ ਨੂੰ ਕਵਰ ਕਰਦਾ ਹੈ। ਅੱਛਾ, ਜੇ ਉਹਨੂੰ ਡੈਮੇਜ ਹੋ ਜਾਂਦਾ। ਓਕੇ ਜੀ। ਤੇ ਕਾਰਗੋ ਪੋਰਸ਼ਨ ਆ ਜਾਂਦਾ ਹੈ ਜਿਹੜਾ ਕਿ ਜਿਹੜਾ ਤੁਸੀਂ ਸਮਾਨ ਲਿਜਾ ਰਹੇ ਹੋ ਉਸ ਚੀਜ਼ ਨੂੰ ਕਵਰ ਕਰਦਾ ਹੈ। ਓਕੇ ਜੀ। ਸੰਜੀਵ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਮਤਲਬ ਤਰੁੱਟੀਆਂ ਆਉਂਦੀਆਂ ਨੇ, ਮਤਲਬ ਇਹਦੇ ਵਿੱਚ ਕਿੱਥੇ ਪ੍ਰੋਬਲਮ ਆਉਂਦੀਆਂ। ਮੇਰੇ ਹਿਸਾਬ ਨਾਲ ਜਿਹੜਾ ਜਾਣੀ ਕਿ ਈਵਨ ਇੰਡਸਟਰੀ ਦਾ ਵੀ ਇਹੀ ਵਿਚਾਰ ਹੈ ਵੀ ਜਿਹੜੀ ਡਰਾਈਵਰ ਹਾਇਰਿੰਗ ਆ ਜਾਂ ਡਰਾਈਵਰ ਸਿਲੈਕਸ਼ਨ ਆ, ਉਹ ਜਿਹੜੀ ਸਪੈਸ਼ਲੀ ਛੋਟੀ ਫਲੀਟ ਆ ਨਾ, ਉਹ ਪ੍ਰੋਪਰਲੀ ਕਰ ਨਹੀਂ ਪਾਉਂਦੀ। ਜੇਕਰ ਤੁਸੀਂ ਦੇਖੋ, ਡਰਾਈਵਰ ਨੂੰ ਕਿਸੇ ਨੂੰ ਹਾਇਰ ਕਰਨਾ ਹੈ ਤਾਂ DOT ਦੀਆਂ ਵੀ ਕੁਝ ਗਾਈਡਲਾਈਨਸ ਨੇ। ਠੀਕ ਹੈ ਜੀ। ਵੀ ਤੁਸੀਂ ਉਸ ਦੀ ਪੁਰਾਣੀ ਹਿਸਟਰੀ ਚੈੱਕ ਕਰਨੀ ਹੈ। ਠੀਕ ਹੈ। ਵੀ ਉਹਨੇ ਕਿਸ ਤਰ੍ਹਾਂ ਟਰੱਕ ਚਲਾਇਆ ਪਿਛਲੀ ਕੰਪਨੀ ਨਾਲ, ਤੇ ਉਹਦਾ ਡਰੱਗ ਟੈਸਟ ਵੀ ਕਰਵਾਉਣਾ ਹੈ, ਤੇ ਮਤਲਬ ਉਹਦੀ ਇੱਕ ਪੂਰੀ ਪ੍ਰੋਪਰ ਫਾਈਲ ਤਿਆਰ ਹੋਣੀ ਚਾਹੀਦੀ। ਬਿਲਕੁਲ। ਹਾਂਜੀ। ਤੇ ਆਪਣੀ ਮੈਜੋਰਿਟੀ ਆਫ ਫਲੀਟ ਜਿਹੜੀਆਂ ਸਮਾਲ ਫਲੀਟਾਂ ਨੇ, ਉਹ ਇਸ ਚੀਜ਼ ਨੂੰ ਸਹੀ ਢੰਗ ਨਾਲ ਅੰਜਾਮ ਨਹੀਂ ਦੇ ਪਾਉਂਦੀ। ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਵੀ ਇੱਕ ਤਾਂ ਇੱਕ ਦੂਜੇ ਨੂੰ ਦੇਖਾ ਦਿਖਾਈ, ਵੀ ਮੈਂ ਇੱਦਾਂ ਕਰਦਾ ਯਾਰ, ਮੈਂ ਤਾਂ ਕੋਈ ਫਾਈਲ ਤਿਆਰ ਨਹੀਂ ਕੀਤੀ, ਹੈ ਨਾ, ਵੀ ਕੋਈ ਗੱਲ ਨਹੀਂ, ਜਦੋਂ DOT ਵਾਲੇ ਆਉਣਗੇ ਉਦੋਂ ਦੇਖਾਂਗੇ, ਇੱਦਾਂ ਦਾ ਐਟੀਟਿਊਡ ਜਿਹੜਾ ਕਿ ਇਹ ਲਾਪਰਵਾਹੀ ਵਾਲਾ ਐਟੀਟਿਊਡ ਹੈ। ਜਦ ਕਿ ਇਸ ਮੁਲਕ ਦੇ ਵਿੱਚ ਮੈਂ
ਜਿਵੇਂ ਕਿ ਆਪਾਂ ਦੇਖੀਏ ਵੀ ਪੇਪਰ ਵਰਕ ਕਰਨਾ ਜਿਹੜਾ ਬਹੁਤ ਇੰਪੋਰਟੈਂਟ ਹੈ। ਇੱਥੇ ਤਾਂ ਬਹੁਤ ਜ਼ਿਆਦਾ ਮਤਲਬ ਕਾਗਜ਼ੀ ਕਾਰਵਾਈ ਤਾਂ ਸਭ ਤੋਂ ਜ਼ਿਆਦਾ ਵਾ, ਜਿੰਨੀ ਦੇਰ ਤੁਹਾਡੇ ਕੋਲ ਉਹ ਨਹੀਂ ਹੈਗੀ ਉਨੀ ਦੇਰ ਤਾਂ ਤੁਸੀਂ ਇੱਥੇ ਗਰੋ ਹੀ ਨਹੀਂ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਤੁਹਾਡੀ ਉਹ ਡਰਾਈਵਰ ਦੀ ਪ੍ਰੋਪਰ ਫਾਈਲ ਬਣੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਹਾਇਰ ਕਰਦੇ ਹੋ ਤੁਸੀਂ ਉਹਦਾ ਡਰਾਈਵਿੰਗ ਰੈਕੋਰਡ ਵੀ ਚੈੱਕ ਕਰਨਾ ਹੈ। ਤੇ ਮੈਂ ਤੁਹਾਨੂੰ ਇੱਥੇ ਸੰਜੀਵ ਜੀ ਇੱਕ ਗੱਲ ਦੱਸਦੇ ਹਾਂ, ਮਤਲਬ ਇਸ ਚੀਜ਼ ਨੂੰ ਆਪਣੇ ਬੰਦੇ ਇੰਨਾ ਕੁ ਮਤਲਬ ਸੀਰੀਅਸਲੀ ਨਹੀਂ ਲੈਂਦੇ। ਇਹਦੇ ਨਾ ਇਫੈਕਟ ਕੌਨਸੀਕੁਐਂਸਿਸ ਬਹੁਤ ਨੇ। ਬਹੁਤ ਜ਼ਿਆਦਾ। ਹੁਣ ਪਿੱਛੇ ਜੇ ਇੰਡੀਆਨਾ ਦੇ ਵਿੱਚ ਇੱਕ ਕੰਪਨੀ ਦੇ ਓਨਰ ਨੂੰ ਸਜ਼ਾ ਹੋਈ, ਠੀਕ ਹੈ ਜੀ। ਉਹਨੂੰ ਮੇਰੇ ਖਿਆਲ 7 ਜਾਂ 8 ਸਾਲ ਦੀ ਸਜ਼ਾ ਹੋਈ। ਉਹਦੀ ਜਿਹੜੀ ਡਰਾਈਵਰ ਜਿਹੜਾ ਉਹਨੇ ਹਾਇਰ ਕੀਤਾ, ਉਸ ਡਰਾਈਵਰ ਨੂੰ ਕੋਈ ਮਤਲਬ ਜਿਵੇਂ DUI ਜਾਂ ਕੋਈ ਮੇਜਰ ਟਿਕਟ ਮਿਲੀ ਹੋਈ ਸੀ, ਠੀਕ ਹੈ ਜੀ। ਤੇ ਉਹਨੇ ਜਾ ਕੇ ਇੱਕ ਫੈਮਿਲੀ ਦੇ 2 ਬੰਦੇ ਮਾਰ ਦਿੱਤੇ, ਠੀਕ ਹੈ ਜੀ। ਮਤਲਬ ਟਰੱਕ ਹਿੱਟ ਕਰ ਦਿੱਤਾ ਕਿਸੇ ਨੂੰ, ਹਨਾ। ਤੇ ਅਦਰ ਪਾਰਟੀ ਨੇ ਸੂ ਕਰ ਦਿੱਤਾ ਵੀ ਨਾਟ ਓਨਲੀ ਡਰਾਈਵਰ ਰਿਸਪੌਂਸਿਬਲ ਹੈ ਇਹਦੇ ਵਿੱਚ, ਓਨਰ ਵੀ ਰਿਸਪੌਂਸਿਬਲ ਹੈ, ਕਿਉਂਕਿ ਓਨਰ ਦੀ ਰਿਸਪੌਂਸਿਬਿਲਿਟੀ ਸੀ ਡਰਾਈਵਰ ਦਾ ਬੈਕਗ੍ਰਾਉਂਡ ਚੈੱਕ ਕਰਨਾ, ਉਹਨੇ ਨਹੀਂ ਕੀਤਾ। ਬਿਲਕੁਲ। ਤੇ ਉਹਨੇ ਮਤਲਬ ਅਣਗਹਿਲੀ ਦੇ ਨਾਲ ਡਰਾਈਵਰ ਨੂੰ ਹਾਇਰ ਕੀਤਾ ਤੇ ਉਹ ਟਰੱਕ ਦਿੱਤਾ, ਸਾਡੇ ਬੰਦੇ ਡੈਥ ਹੋ ਗਈ। ਬਿਲਕੁਲ। ਜਗਦੀਪ ਜੀ, ਜਿੱਦਾਂ ਕਿ ਤੁਸੀਂ ਦੱਸਿਆ ਵੀ ਡਰਾਈਵਰ ਹਾਇਰ ਕਰਨ ਲੱਗੇ ਜਿਹੜੀ ਅਣਗਹਿਲੀ ਵਰਤੀ ਹੈ ਉਹ ਕਈ ਵਾਰ ਮਾਲਕ ਤੇ ਪੈਂਦੀ ਹੈ। ਬਿਲਕੁਲ ਜੀ। ਔਰ ਕਈ ਵਾਰ ਇੱਥੇ ਦੇਖਣ 'ਚ ਆਇਆ ਵੀ ਐਕਸਪੀਰੀਅੰਸ ਡਰਾਈਵਰਾਂ ਦੀ ਲਗਾਤਾਰ ਕਮੀ ਨਜ਼ਰ ਆ ਰਹੀ ਹੈ। ਬਿਲਕੁਲ ਜੀ। ਇਹ ਸੰਜੀਵ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਅਮਰੀਕਾ ਦੇ ਵਿੱਚ ਜਿਹੜੇ ਨਾ ਐਕਸਪੀਰੀਅੰਸ ਡਰਾਈਵਰਾਂ ਦੀ ਉਹ ਸ਼ਾਰਟੇਜ ਆ, ਉਹ ਲਗਾਤਾਰ ਹੀ ਚੱਲਦੀ ਆ ਰਹੀ ਹੈ। ਇਸੇ ਕਰਕੇ ਇਸ ਕਿੱਤੇ ਦੇ ਵਿੱਚ ਜਿਹੜੀ ਪੇ ਹੈ ਉਹ ਕਈ ਕੇਸਾਂ ਦੇ ਵਿੱਚ ਤਾਂ ਮੈਂ ਦੇਖਦਾ ਹੁੰਦਾ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਇੰਜੀਨੀਅਰ ਦੀ ਪੇ ਨਾਲੋਂ ਵੀ ਜ਼ਿਆਦਾ ਹੈ, ਠੀਕ ਹੈ ਜੀ। ਵੀ ਉਹਦਾ ਇੱਕ ਕਾਰਨ ਹੈ, ਇੱਕ ਤਾਂ ਸ਼ਾਰਟੇਜ ਆ, ਇੱਕ ਜਿਹੜਾ ਇਹ ਕਿੱਤਾ ਨਾ ਟਫ ਕਿੱਤਾ ਹੈ, ਠੀਕ ਹੈ ਜੀ। ਤੇ ਆਪਣੀ ਸਭ ਤੋਂ ਵੱਡੀ ਗੱਲ ਇਹ ਹੈ ਨਾ ਵੀ ਜਿਹੜੇ ਆਪਣੇ ਡਰਾਈਵਰ ਜਿਹੜੇ ਉਹ ਸਮਝਦੇ ਨਹੀਂ ਭਰਾ ਨਾ, ਵੀ ਉਹ ਇੱਕ ਪ੍ਰੋਫੈਸ਼ਨਲ ਡਰਾਈਵਰ ਦਾ ਲਾਇਸੈਂਸ ਹੋਲਡ ਕਰਦੇ ਆ। ਬਿਲਕੁਲ। ਹਾਂਜੀ। ਇਹ ਜਿਹੜੀ ਪ੍ਰੋਫੈਸ਼ਨਲ ਡੈਜ਼ਿਗਨੇਸ਼ਨ ਹੈ ਨਾ, ਇਹ ਤੁਹਾਨੂੰ ਤੁਹਾਡੇ ਕਿੱਤੇ ਦੇ ਹਿਸਾਬ ਨਾਲ ਦਿੱਤੀ ਗਈ ਹੈ। ਤੇ ਜਿਵੇਂ ਇੱਕ ਪਾਇਲਟ ਹੈ, ਉਹਦੇ ਕੋਲ ਪ੍ਰੋਫੈਸ਼ਨਲ ਪਾਇਲਟ ਦਾ ਲਾਇਸੈਂਸ ਹੈ। ਇੱਕ ਡਾਕਟਰ ਆ, ਠੀਕ ਹੈ ਜੀ, ਪ੍ਰੋਫੈਸ਼ਨਲ ਡਾਕਟਰ ਦਾ ਲਾਇਸੈਂਸ ਹੈ। ਵੀ ਤੁਸੀਂ ਵੀ ਆਪਣੇ ਆਪ ਨੂੰ ਇੱਕ ਪ੍ਰੋਫੈਸ਼ਨਲ ਡਰਾਈਵਰ ਸਮਝਣਾ ਸ਼ੁਰੂ ਕਰੋ, ਠੀਕ ਹੈ ਜੀ। ਜਦੋਂ ਤੁਹਾਡੇ ਦਿਮਾਗ 'ਚ ਇਹ ਬਹਿ ਗਿਆ ਵੀ ਮੈਂ ਪ੍ਰੋਫੈਸ਼ਨਲ ਡਰਾਈਵਰ ਹਾਂ, ਠੀਕ ਹੈ ਜੀ, ਉਦੋਂ ਤੁਹਾਡੀ ਗਲਤੀ ਦੇ ਚਾਂਸ ਬਹੁਤ ਘੱਟ ਜਾਣੇ ਆਪਣੇ ਆਪ, ਠੀਕ ਹੈ ਜੀ। ਹੁਣ ਤੁਸੀਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ ਆਪਾਂ ਜਿਵੇਂ ਜਾਂਦੇ ਹਾਂ ਜਹਾਜ਼ ਦੇ ਵਿੱਚ ਜਾਂਦੇ ਹਾਂ, ਕਦੇ ਆਪਣੇ ਹੁਣ ਕਿਸੇ ਡਰਾਈਵਰ ਨੂੰ ਪੁੱਛ ਲਓ ਐਕਸੀਡੈਂਟ ਹੋ ਗਿਆ ਤੇ ਉਹ ਕਹਿਣਗੇ ਜੀ ਰੋਡ ਤੇ ਰਹਿਣਾ ਜੀ, ਹਰ ਵਕਤ ਇੱਕ ਅੱਧਾ ਐਕਸੀਡੈਂਟ ਤਾਂ ਹੁੰਦਾ ਹੀ ਰਹਿੰਦਾ, ਠੀਕ ਹੈ ਜੀ। ਟਿਕਟ ਵੀ ਮਿਲਦੀ ਰਹਿੰਦੀ ਹੈ। ਇਦਾਂ ਦਾ ਐਟੀਟਿਊਡ 90% ਤੋਂ ਉੱਤੇ ਡਰਾਈਵਰਾਂ ਦਾ ਪਾਇਆ ਜਾਂਦਾ, ਠੀਕ ਹੈ ਜੀ। ਈਵਨ ਮੈਂ ਕੰਪਨੀ ਦੇ ਓਨਰਸ ਨਾਲ ਵੀ ਕਈਆਂ ਨਾਲ ਗੱਲ ਕਰਦਾ, ਉਹ ਕਹਿਣਗੇ ਜੀ ਹੁਣ ਸੜਕ ਤੇ ਰਹਿਣਾ ਜੀ, ਹੋਣਾ ਹੀ ਹੈ, ਠੀਕ ਹੈ ਜੀ। ਮੈਂ ਇਹੀ ਗੱਲ ਜੇ ਤੁਹਾਨੂੰ ਕਹਾਂ ਵੀ ਜੇ ਪਾਇਲਟ ਉੱਪਰ ਜਾ ਕੇ ਕਹਿ ਦੇਵੇ ਜਹਾਜ਼ ਦੇ ਵਿੱਚ, ਉਹ ਜੀ ਇੱਕ ਅੱਧਾ ਜਹਾਜ਼ ਤਾਂ ਡਿੱਗਦਾ ਹੀ ਰਹਿੰਦਾ, ਠੀਕ ਹੈ ਜੀ। ਡਾਕਟਰ ਇਹ ਗੱਲ ਕਹਿ ਦੇਵੇ ਵੀ ਯਾਰ ਇੱਕ ਤਾਂ ਬੰਦਾ ਤਾਂ ਸਰਜਰੀ 'ਚ ਮਰਦਾ ਹੀ ਰਹਿੰਦਾ, ਠੀਕ ਹੈ ਜੀ, ਵੀ ਉਹਨੂੰ ਤੁਸੀਂ ਕਿਵੇਂ ਲਾਓਗੇ? ਬਿਲਕੁਲ। ਠੀਕ ਹੈ ਜੀ। ਤੁਸੀਂ ਆਪਦੇ ਆਪ ਨੂੰ ਸਮਝੋ, ਤੁਸੀਂ ਵੀ ਤੁਹਾਡੇ ਕੋਲ ਜਿਹੜੀ ਡੈਜ਼ਿਗਨੇਸ਼ਨ ਆ ਪ੍ਰੋਫੈਸ਼ਨਲ ਦੀ, ਇਟ ਮੀਨਸ ਯੂ ਆਰ ਅ ਪ੍ਰੋਫੈਸ਼ਨਲ ਡਰਾਈਵਰ। ਤੁਹਾਨੂੰ ਪ੍ਰੋਫੈਸ਼ਨਲ ਤਾਂ ਕਿਹਾ ਜਾਂਦਾ ਕਿ ਜਿਹੜਾ ਆਮ ਬੰਦਾ ਜਾਂਦਾ ਵਾ ਕੰਮ ਤੇ ਜਾਂਦਾ ਤੇ ਕੰਮ ਤੋਂ ਆਉਂਦਾ, ਉਹ ਦਿਨ ਦੇ ਵਿੱਚ 30 ਮਿੰਟ ਘੰਟਾ ਗੱਡੀ ਚਲਾਉਂਦਾ, ਠੀਕ ਹੈ ਜੀ। ਤੁਸੀਂ ਸੜਕ ਦੇ ਉੱਤੇ 14 ਤੋਂ 18 ਘੰਟੇ 24 ਘੰਟੇ ਦੇ ਵਿੱਚ ਟਰੱਕ ਚਲਾਉਣਾ, ਬਿਲਕੁਲ, ਠੀਕ ਹੈ ਜੀ। ਤੇ ਸਰਕਾਰ ਜਾਂ ਮਤਲਬ ਪਬਲਿਕ ਦਾ ਇਹ ਓਪੀਨੀਅਨ ਹੁੰਦਾ ਵੀ ਤੁਸੀਂ ਇੱਕ ਪ੍ਰੋਫੈਸ਼ਨਲ ਡਰਾਈਵਰ ਹੋ, ਕਿਉਂਕਿ ਤੁਸੀਂ ਇੰਨਾ ਚਿਰ ਸੜਕ ਦੇ ਉੱਤੇ ਰਹਿੰਦੇ ਹੋ। ਤੁਹਾਨੂੰ ਤਾਂ ਸੜਕ ਦੇ ਰੂਲ, ਸੜਕ ਦੀਆਂ ਕੰਡੀਸ਼ਨਾਂ, ਮਤਲਬ ਕਿਵੇਂ ਗੱਡੀ ਚਲਾਉਣੀ ਹੈ, ਕਿੱਥੋਂ ਕਿਵੇਂ ਟਰਨ ਮਾਰਨੀ ਹੈ, ਇਹਨਾਂ ਚੀਜ਼ਾਂ ਦਾ ਇੰਨਾ ਕੁ ਜ਼ਿਆਦਾ ਐਕਸਪੀਰੀਅੰਸ ਹੋਣਾ ਚਾਹੀਦਾ ਕਿ ਵੀ ਤੁਹਾਡੇ ਕੋਲੋਂ ਤਾਂ ਕੋਈ ਗਲਤੀ ਹੋਣੀ ਨਹੀਂ ਚਾਹੀਦੀ। ਬਿਲਕੁਲ। ਠੀਕ ਹੈ ਜੀ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਲੀਫੋਰਨੀਆ ਦੀ DMV ਨੇ ਜਿਹੜਾ ਅੱਗੇ ਕੀ ਹੁੰਦਾ ਸੀ ਨਾ ਵੀ ਅੱਜ ਤੋਂ 7-8 ਸਾਲ ਪਹਿਲਾਂ ਜੇ ਤੁਹਾਨੂੰ ਕੋਈ ਪਹਿਲੀ ਟਿਕਟ ਮਿਲਦੀ ਸੀ, ਰਿਗਾਰਡਲੈਸ ਆਫ ਤੁਹਾਡੇ ਕੋਲ ਲਾਇਸੈਂਸ ਚਾਹੇ C ਸੀ ਚਾਹੇ A ਸੀ, ਤੁਹਾਨੂੰ ਉਹ ਨਾ ਇੱਕ ਟਿਕਟ ਤੁਹਾਡੀ ਵੇਵ ਹੋ ਜਾਂਦੀ ਸੀ। ਅੱਛਾ ਜੀ। ਹਾਂਜੀ, ਜੇ ਤੁਸੀਂ ਟ੍ਰੈਫਿਕ ਸਕੂਲ ਲਗਾ ਲੈਂਦੇ ਹੋ, ਠੀਕ ਹੈ ਜੀ। ਪਰ ਹੁਣ ਉਹਨਾਂ ਨੇ ਪਿਛਲੇ 7-8 ਸਾਲਾਂ ਤੋਂ ਜਿਹੜੀ ਇੱਕ ਪ੍ਰੋਫੈਸ਼ਨਲ ਡਰਾਈਵਰ ਦੀ ਟਿਕਟ ਆ, ਉਹਦੇ ਉੱਤੇ ਜੇ ਸਕੂਲ ਵੀ ਲਾਉਂਦੇ ਹੋ ਤਾਂ ਵੀ ਉਹ ਤੁਹਾਡੇ ਰੈਕਡ ਤੇ ਆਉਂਦੀ ਹੈ, ਕਿਉਂਕਿ DMV ਜਾਂ ਪਬਲਿਕ ਦਾ ਇਹ ਕਹਿਣਾ ਵਾ ਵੀ ਤੁਸੀਂ ਬੇਸਿਕਲੀ ਇੱਕ ਪ੍ਰੋਫੈਸ਼ਨਲ ਡਰਾਈਵਰ ਹੋ, ਵੀ ਤੁਹਾਡੇ ਕੋਲ ਗਲਤੀ ਦੀ ਮਤਲਬ ਅਸੀਂ ਨਹੀਂ ਹੋਣੀ ਚਾਹੀਦੀ ਸੀ, ਠੀਕ ਹੈ ਜੀ। ਤੇ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਕਿਹੜੇ ਫੈਕਟਰ ਦੇਖਦੀਆਂ ਜੀ? ਸਭ ਤੋਂ ਵੱਡੀਆਂ, ਜਦੋਂ ਇੰਸ਼ੋਰੈਂਸ ਨੂੰ ਤੁਸੀਂ ਕਾਲ ਕਰਦੇ ਹੋ ਕਿ ਇਸ ਕੰਪਨੀ ਦੀ ਅਸੀਂ ਇੰਸ਼ੋਰੈਂਸ ਕਰਨੀ ਆ, ਤੇ ਕਿਹੜੇ ਫੈਕਟਰ ਇੰਸ਼ੋਰੈਂਸ ਕੰਪਨੀਆਂ ਦੇਖਦੀਆਂ, ਉਹ ਜ਼ਰੂਰ ਦੱਸੋ, ਕਿਉਂਕਿ ਸਾਡੇ ਡਰਾਈਵਰਾਂ ਦੇ ਵਿੱਚ ਆ ਵੀ ਏਜੰਟ ਨੇ ਕਰਨੀ ਹੈ। ਬਿਲਕੁਲ। ਏਜੰਟ ਤਾਂ ਇੱਕ ਮੀਡੀਓਕਰ ਆ, ਸਹੀ ਗੱਲ ਹੈ, ਉਹਨੇ ਤਾਂ ਕੰਪਨੀ ਤੋਂ ਲੈ ਕੇ ਤੁਹਾਨੂੰ ਦੇਣੀ ਹੈ। ਬਿਲਕੁਲ। ਉਹ ਜ਼ਰੂਰ ਥੋੜਾ ਜਿਹਾ ਸਾਫ਼ ਕਰੋ, ਥੋੜਾ ਜਿਹਾ। ਤੁਹਾਡਾ ਜੀ ਬ੍ਰੋਕਰ ਆ ਨਾ ਜਿਹੜਾ ਜੀ ਐਜ਼ ਏ ਏਜੰਟ ਆ, ਜਿਹੜਾ ਉਹ ਐਜ਼ ਏ ਬ੍ਰੋਕਰ ਮੋਸਟ ਆਫ ਦਾ ਟਾਈਮ ਤੁਹਾਡੇ ਨਾਲ ਡੀਲ ਕਰਦਾ, ਉਹ ਤੁਹਾਡੀ ਇਨਫੋਰਮੇਸ਼ਨ ਲੈਂਦਾ ਤੇ ਉਹ ਤੁਹਾਡਾ ਵੇਰੀਅਸ ਕੰਪਨੀਆਂ ਨੂੰ ਭੇਜਦਾ, ਤੇ ਜਿੱਥੋਂ ਵੀ ਤੁਹਾਨੂੰ ਕੋਈ ਵਧੀਆ ਕੋਟ ਮਿਲਦਾ ਵਾ, ਠੀਕ ਹੈ ਜੀ, ਉਹ ਤੁਹਾਨੂੰ ਪ੍ਰੈਜ਼ੈਂਟ ਕਰਦੇ ਨੇ ਉਹ। ਤੇ ਇਹਦੇ 'ਚ ਸਭ ਤੋਂ ਵੱਡਾ ਜਿਹੜਾ ਫੈਕਟਰ ਆ ਉਹ ਤੁਹਾਡੀ ਡਰਾਈਵਰ ਸਿਲੈਕਸ਼ਨ ਆ, ਠੀਕ ਹੈ ਜੀ।
ਕੋਈ ਵੀ ਰਿਸਕ ਆ ਜਾਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਹੈ ਤੁਹਾਨੂੰ, ਠੀਕ ਹੈ ਜੀ, ਉਹਦਾ ਰੇਟ ਵੇਰੀ ਕਰ ਸਕਦਾ ਐਨੀਵੇਅਰ ਬਿਟਵੀਨ 10,000 ਤੋਂ ਲੈ ਕੇ 40,000 ਤੱਕ, ਠੀਕ ਹੈ ਜੀ। ਇਹ ਸਾਰਾ ਕੁਝ ਤੁਹਾਡੇ ਡਰਾਈਵਰ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦਾ ਡਰਾਈਵਰ ਹਾਇਰ ਕਰ ਰਹੇ ਹੋ, ਠੀਕ ਹੈ ਜੀ। ਅੱਜ ਕੱਲ੍ਹ ਨਵੇਂ ਡਰਾਈਵਰ ਦੀ ਤਾਂ ਇੰਸ਼ੋਰੈਂਸ ਹੋਣੀ ਬਿਲਕੁਲ ਹੀ ਟਫ ਹੋ ਗਈ ਹੈ। ਮਿਨੀਮਮ 1 ਸਾਲ ਦਾ ਐਕਸਪੀਰੀਅੰਸ ਤਾਂ ਸਾਰੀਆਂ ਕੰਪਨੀਆਂ ਮੰਗਦੀਆਂ ਹੀ ਨੇ, ਬਟ 80 ਤੋਂ 90% ਕੰਪਨੀਆਂ ਨੇ ਜਿਹੜੀਆਂ ਉਹ ਘੱਟ ਤੋਂ ਘੱਟ 2 ਸਾਲ ਦਾ ਐਕਸਪੀਰੀਅੰਸ ਮੰਗਦੀਆਂ, ਠੀਕ ਹੈ। ਤੇ ਉਹਦੇ ਵਿੱਚ ਵੀ ਬੈਕਗ੍ਰਾਉਂਡ ਚੈੱਕ ਕਰਦੇ ਨੇ? ਉਹਦੇ ਵਿੱਚ ਵੀ ਐਕਚੁਅਲੀ ਬੈਕਗ੍ਰਾਉਂਡ ਚੈੱਕ ਕਰਨਾ, ਜਿਹੜੀ ਮਤਲਬ ਉਹਦੀ ਕੰਮ ਦੀ ਬੈਕਗ੍ਰਾਉਂਡ ਚੈੱਕ ਕਰਨਾ ਉਹ ਆਪਣੇ ਓਨਰ ਦੀ ਜ਼ਿੰਮੇਵਾਰੀ ਹੈ, ਕੰਪਨੀ ਓਨਰ ਦੀ। ਤੇ ਇੰਸ਼ੋਰੈਂਸ ਕੰਪਨੀ ਉਸਦਾ ਡਰਾਈਵਿੰਗ ਰੈਕਡ ਚੈੱਕ ਕਰਦੀ, ਡਰਾਈਵਿੰਗ ਰੈਕਡ, ਹਾਂਜੀ ਡਰਾਈਵਿੰਗ ਰੈਕਡ ਸਾਰੀ। ਤੇ ਉਹਦੇ 'ਚ ਉਹ ਫਿਰ ਡਰਾਈਵਰ ਦਾ ਬਿਹੇਵੀਅਰ ਦੇਖਦੀਆਂ ਨੇ ਵੀ ਜੇ ਡਰਾਈਵਰ ਨੂੰ ਇੱਕ ਸਪੀਡਿੰਗ ਟਿਕਟ ਮਿਲੀ, ਠੀਕ ਆ, ਉਹ ਤੋਂ ਬਾਅਦ ਤਾਂ ਨਹੀਂ ਉਹਨੇ ਕੋਈ ਲਈ ਟਿਕਟ, ਹੈ ਨਾ। ਬਟ ਜੇ ਇੱਕ ਡਰਾਈਵਰ ਨੇ 6 ਮਹੀਨੇ ਬਾਅਦ ਇੱਕ ਟਿਕਟ ਲਈ, 6 ਮਹੀਨੇ ਬਾਅਦ ਦੂਜੀ ਸਪੀਡਿੰਗ, 6 ਮਹੀਨੇ ਬਾਅਦ ਤੀਜੀ, ਇਹਦਾ ਮਤਲਬ ਉਹ ਡਰਾਈਵਰ ਸਮਝ ਹੀ ਨਹੀਂ ਰਿਹਾ, ਠੀਕ ਹੈ ਜੀ। ਵੀ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਜਿੰਨੀਆਂ ਮਰਜ਼ੀ ਟਿਕਟਾਂ ਮਿਲੀਆਂ, ਉਹਨਾਂ ਹੀ ਰੇਟ ਹਾਈ ਹੋ ਜਾਂਦਾ, ਉਹਨਾਂ ਰੇਟ ਹਾਈ ਹੋ ਜਾਂਦਾ। ਜਾਂ ਫਿਰ ਉਹ ਡਰਾਈਵਰ ਨੂੰ ਇਹ ਕੰਪਨੀ ਐਕਸਕਲੂਡ ਕਰ ਦਿੰਦੀ ਹੈ ਵੀ ਇਹ ਡਰਾਈਵਰ ਦੇ ਚਾਂਸ ਨੇ। ਐਵਰੇਜ ਇੰਸ਼ੋਰੈਂਸ ਕੰਪਨੀ ਦੇਖਦੀ ਹੈ ਵੀ ਹਰ 2 ਸਪੀਡਿੰਗ ਟਿਕਟਾਂ ਤੋਂ ਬਾਅਦ ਇੱਕ ਐਕਸੀਡੈਂਟ ਦੀ ਪੋਸੀਬਿਲਿਟੀ ਹੈ, ਵੀ ਠੀਕ ਹੈ, ਜਿਹੜਾ ਬੰਦਾ ਆਪਦੀ ਸਪੀਡ ਨਹੀਂ ਕੰਟਰੋਲ ਕਰ ਪਾ ਰਿਹਾ ਉਹ ਕਿਸੇ ਵੇਲੇ ਵੀ ਕਿਸੇ ਨੂੰ ਹਿੱਟ ਕਰ ਸਕਦਾ। ਨਹੀਂ ਤਾਂ ਮਤਲਬ ਫਿਰ ਉਹ ਇੰਸ਼ੋਰੈਂਸ ਕੰਪਨੀ ਇਹੋ ਜਿਹੇ ਡਰਾਈਵਰ ਨੂੰ ਬਾਹਰ ਕੱਢ ਦਿੰਦੀ ਹੈ ਵੀ ਇਹਦੀ ਇਹ ਜੇ ਵਿੱਚ ਹੈਗਾ ਤਾਂ ਅਸੀਂ ਇੰਸ਼ੋਰੈਂਸ ਨਹੀਂ ਕਰਨੀ। ਬਿਲਕੁਲ ਜੀ, ਇੱਕ ਨਾ ਐਕਸਕਲੂਜਨ ਫਾਰਮ ਹੁੰਦਾ ਜਿਹੜੀ ਕਿ ਕੰਪਨੀ ਕੰਡੀਸ਼ਨ ਦੇ ਦਿੰਦੀਆਂ ਨੇ ਵੀ ਤੁਹਾਡਾ ਜਿਹੜਾ ਇਹ ਡਰਾਈਵਰ ਆ ਇਹ ਸਾਨੂੰ ਐਕਸੈਪਟੇਬਲ ਨਹੀਂ ਹੈ, ਵੀ ਜੇ ਇਹ ਟਰੱਕ ਨੂੰ ਹੱਥ ਵੀ ਲਗਾਏਗਾ ਤਾਂ ਅਸੀਂ ਇਹਦੀ ਕੋਈ ਕਵਰੇਜ ਨਹੀਂ ਪ੍ਰੋਵਾਈਡ ਕਰਾਂਗੇ। ਤੇ ਫਿਰ ਉਹ ਆਮ ਤੌਰ ਤੇ ਜਿਹੜਾ ਬ੍ਰੋਕਰ ਆ ਤੁਹਾਡਾ ਉਹ ਡਿਸਕਸ ਕਰਦਾ ਤੁਹਾਡੇ ਨਾਲ ਵੀ ਆਹ ਡਰਾਈਵਰ ਹੈ ਜਿਹੜਾ ਇੰਸ਼ੋਰੈਂਸ ਕੰਪਨੀ ਲਈ ਐਕਸੈਪਟੇਬਲ ਨਹੀਂ ਹੈ, ਵੀ ਇਹਦੀ ਐਕਸਕਲੂਜਨ ਸਾਈਨ ਕਰਵਾਉਣਾ ਮੰਗਦੀ ਹੈ ਕੰਪਨੀ। ਤੇ ਉਹ ਜਿਹੜੀ ਐਕਸਕਲੂਜਨ ਆ ਨਾ, ਤੁਸੀਂ ਉਹ ਬਿਲਕੁਲ ਹੀ ਧਿਆਨ ਨਾਲ ਸੋਚ ਸਮਝ ਕੇ ਸਾਈਨ ਕਰਨੀ, ਠੀਕ ਹੈ ਜੀ। ਇਹਦੇ ਵਿੱਚ ਵੀ ਪ੍ਰੋਬਲਮ ਆ ਜਾਂਦੀਆਂ ਨੇ ਕਈ ਵਾਰੀ, ਆਪਣੇ ਬੰਦੇ ਸਮਝ ਲੈਂਦੇ ਵੀ ਚੱਲ ਕੋਈ ਨਹੀਂ, ਮੈਂ ਇੱਕ ਪੇਪਰ ਹੀ ਸਾਈਨ ਕੀਤਾ ਤੇ ਜੇ ਕੋਈ ਕਲੇਮ ਹੋ ਗਿਆ ਸ਼ਾਇਦ ਇੰਸ਼ੋਰੈਂਸ ਕੰਪਨੀ ਕਲੇਮ ਪੇ ਕਰ ਦਊਗੀ, ਠੀਕ ਹੈ ਜੀ। ਦੇਰ ਇਜ਼ 0% ਚਾਂਸ, ਠੀਕ ਹੈ, ਵੀ ਕੋਈ ਇੰਸ਼ੋਰੈਂਸ ਕੰਪਨੀ ਕਲੇਮ ਪੇ ਕਰੇਗੀ ਜੇ ਉਹ ਐਕਸਕਲੂਜਨ ਸਾਈਨ ਕਰਨ ਤੋਂ ਬਾਅਦ, ਠੀਕ ਹੈ ਜੀ। ਮਤਲਬ ਐਕਸਕਲੂਜਨ ਦਾ ਮਤਲਬ ਤੁਸੀਂ ਡਰਾਈਵਰ ਉਹਨੇ ਇੰਸ਼ੋਰੈਂਸ ਕੰਪਨੀ ਨੇ ਤੁਹਾਡੇ ਕੋਲ ਪੇਪਰ ਸਾਈਨ ਕਰਾ ਲਿਆ ਵੀ ਇਸ ਡਰਾਈਵਰ ਦੀ ਜ਼ਿੰਮੇਵਾਰੀ ਸਾਡੀ ਨਹੀਂ। ਬਿਲਕੁਲ ਬਿਲਕੁਲ। ਤੇ ਜੇ ਹੁਣ ਉਹ ਡਰਾਈਵਰ ਚੜਦਾ ਵਾ, ਤੁਸੀਂ ਪੇਪਰ ਸਾਈਨ ਕਰਤਾ ਵੀ ਚੱਲ ਇੰਸ਼ੋਰੈਂਸ ਹੋ ਗਈ, ਬਿਲਕੁਲ ਚੱਲ ਇੰਸ਼ੋਰੈਂਸ ਹੋ ਗਈ, ਇੰਸ਼ੋਰੈਂਸ ਹੋ ਗਈ, ਉਹ ਇਹ ਨਹੀਂ ਦੇਖਿਆ ਵੀ ਉਹ ਡਰਾਈਵਰ ਕੱਢਤਾ ਉਹਨਾਂ ਨੇ। ਬਿਲਕੁਲ। ਤੇ ਕੱਲ ਨੂੰ ਉਹ ਡਰਾਈਵਰ ਕੰਮ ਕਰਦਾ ਵਾ ਤੇ ਮਿਸ ਹੈਪਨ ਹੋ ਜਾਂਦਾ, ਬਿਲਕੁਲ, ਤੇ ਇੰਸ਼ੋਰੈਂਸ ਕੰਪਨੀਆਂ ਹੱਥ ਖੜੇ ਕਰ ਦਿੰਦੀਆਂ। ਬਿਲਕੁਲ ਜੀ, ਉਹਨਾਂ ਨੇ ਕਹਿਣਾ ਜੀ ਆਹ ਦੇਖੋ ਤੁਸੀਂ ਐਕਸਕਲੂਜਨ ਸਾਈਨ ਕੀਤੀ ਹੈ ਇਸ ਡਰਾਈਵਰ ਦੀ ਤੇ ਇਸ ਦੇ ਕੇਸ ਦੇ ਵਿੱਚ ਅਸੀਂ ਇਹ ਕਲੇਮ ਬਿਲਕੁਲ ਕਵਰ ਨਹੀਂ ਕਰਨਾ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਭਾਜੀ, ਇਹਦੇ ਵਿੱਚ ਜਿਹੜੀ ਕਾਮਨ ਜੀ ਚੀਜ਼ ਹੋ ਜਾਂਦੀ ਹੈ, ਜਿਵੇਂ ਅੱਜ ਆਪਣੇ ਕੋਲ ਉਹ ਡਰਾਈਵਰ ਹੈ ਨਹੀਂ, ਅੱਜ ਆਪਾਂ ਉਹ ਐਕਸਕਲੂਜਨ ਸਾਈਨ ਕਰਤੀ, ਠੀਕ ਹੈ ਜੀ। ਮੈਂ ਇੱਕ ਇਹ ਜ਼ਰੂਰ ਤੁਹਾਨੂੰ ਰਿਕਮੈਂਡ ਕਰੂੰਗਾ ਵੀ ਤੁਸੀਂ ਉਹ ਜਿਹੜੀਆਂ ਵੀ ਐਕਸਕਲੂਜਨਾਂ ਤੁਸੀਂ ਸਾਈਨ ਕਰਦੇ ਹੋ ਉਹਨਾਂ ਦੀ ਇੱਕ ਪ੍ਰੋਪਰ ਫਾਈਲ ਬਣਾ ਕੇ ਰੱਖੋ ਆਪਦੇ ਦਫ਼ਤਰ ਦੇ ਵਿੱਚ, ਹੈ ਨਾ। ਕਈ ਵਾਰੀ ਹੁੰਦਾ ਕਿ ਉਹ ਡਰਾਈਵਰ 6 ਮਹੀਨੇ ਬਾਅਦ ਦੁਬਾਰਾ ਤੁਹਾਡੇ ਕੋਲ ਆ ਜਾਂਦਾ, ਠੀਕ ਹੈ ਜੀ। ਤੁਸੀਂ ਤੁਹਾਡੇ ਉਹ ਦਿਮਾਗ 'ਚੋਂ ਨਿਕਲ ਜਾਂਦਾ ਵੀ ਇਹ ਡਰਾਈਵਰ ਐਕਸਕਲੂਡਡ ਹੈ ਜਾਂ ਨਹੀਂ ਹੈ, ਠੀਕ ਹੈ ਜੀ। ਜਦੋਂ ਐਂਟਰ ਕਰੋ ਜ਼ਰੂਰ ਸਿਸਟਮ ਦੇ ਵਿੱਚ ਜ਼ਰੂਰ ਪਾ ਕੇ ਰੱਖੋ, ਤੁਹਾਡੇ ਘੱਟੋ ਘੱਟ ਸਿਸਟਮ ਦੇ ਵਿੱਚ, ਤੁਹਾਡੇ ਆਪਦੇ ਸਿਸਟਮ ਦੇ ਵਿੱਚ, ਤੁਹਾਡੇ ਆਪਦੇ ਫਾਈਲਿੰਗ ਸਿਸਟਮ ਦੇ ਵਿੱਚ ਜ਼ਰੂਰ ਉਹ ਇਨਫੋਰਮੇਸ਼ਨ ਹੋਵੇ ਵੀ ਤੁਸੀਂ ਕਿਹੜੇ ਡਰਾਈਵਰ ਪਾਲਿਸੀ ਦੇ ਉੱਪਰ ਤੋਂ ਐਕਸਕਲੂਡ ਕਰਾਏ ਗਏ। ਹੁਣ ਕਈ ਕੇਸਾਂ ਦੇ ਵਿੱਚ ਹੋਇਆ, ਸਾਡੇ ਨਾਲ ਹੋਇਆ ਖੁਦ ਨਾ, ਵੀ ਜਿਹਦੇ 6 ਮਹੀਨੇ ਬਾਅਦ ਬੰਦੇ ਨੇ ਡਰਾਈਵਰ ਦੁਬਾਰਾ ਹਾਇਰ ਕਰਕੇ ਤੇ ਭੇਜ ਦਿੱਤਾ, ਠੀਕ ਹੈ ਜੀ, ਵਿਦਆਊਟ ਲੈਟਿੰਗ ਅਸ ਨੋ, ਹੈ ਨਾ। ਤੇ ਉਸ ਕੇਸ ਦੇ ਵਿੱਚ ਕੀ ਹੋਇਆ, ਤੇ ਉਸ ਬੰਦੇ ਨੇ ਕਲੇਮ ਕਰ ਦਿੱਤਾ ਤੇ ਉਹ ਕਲੇਮ ਦੀ ਫਿਰ ਕੋਈ ਕਵਰੇਜ ਨਹੀਂ ਹੋਈ, ਕਵਰੇਜ ਨਹੀਂ। ਇੱਕ ਵੇਲਾ ਹੋਰ ਹੋ ਗਿਆ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ, ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਚਰਚਾ ਚੱਲ ਰਹੀ ਸੀ ਟਰੱਕਿੰਗ ਇੰਸ਼ੋਰੈਂਸ ਤੇ, ਔਰ ਜਿਹੜੇ ਡਰਾਈਵਰ ਕਿਸੇ ਵੇਲੇ ਜਾਣੇ ਚ ਗਲਤੀਆਂ ਕਰ ਦਿੰਦੇ ਨੇ, ਉਹਦੇ ਕਰਕੇ ਪ੍ਰੀਮੀਅਮ ਜਿਹੜਾ ਵਾ ਉਹ ਕਾਫੀ ਮਹਿੰਗਾ ਹੋ ਜਾਂਦਾ। ਤੇ ਜਗਦੀਪ ਜੀ, ਸੜਕ ਤੇ ਬੰਦਾ ਜਾ ਰਿਹਾ, ਕਿਸੇ ਵੇਲੇ ਨਾ ਚਾਹੁੰਦੇ ਹੋਏ ਗਲਤੀ ਹੋ ਜਾਂਦੀ ਹੈ, ਜਾਣੇ ਦੋਨੋਂ ਆਪਾਂ ਗੱਲ ਕਰ ਲੈਂਦੇ। ਕਈ ਤਾਂ ਲਾਪਰਵਾਹ ਚ ਗਲਤੀ ਹੋਈ, ਦੂਜੇ ਕਿਸੇ ਵੇਲੇ ਅਚਾਨਕ ਗਲਤੀ ਹੋ ਗਈ। ਤੇ ਕਿਹੜੀਆਂ ਚੀਜ਼ਾਂ ਦਾ ਟਰੱਕ ਡਰਾਈਵਰ ਖਾਸ ਕਰਕੇ ਧਿਆਨ ਰੱਖਣ? ਬਿਲਕੁਲ ਜੀ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਡਰਾਈਵਰ ਆ, ਸਭ ਤੋਂ ਜ਼ਰੂਰੀ ਹੈ ਜੀ ਸਪੀਡ। ਜੇਕਰ ਤੁਹਾਡਾ ਸਪੀਡ ਤੇ ਕੰਟਰੋਲ ਹੈ ਤਾਂ ਤੁਸੀਂ, ਜੇਕਰ ਸਾਹਮਣੇ ਕੋਈ ਵੀ ਇਨਸੀਡੈਂਟ ਹੋਇਆ ਤੁਹਾਡੇ, ਜਾਂ ਟ੍ਰੈਫਿਕ ਰੁਕੀ ਆ, ਜਾਂ ਕੋਈ ਵੀ ਕਿਸੇ ਦਾ ਕੋਈ ਪਹਿਲਾਂ ਐਕਸੀਡੈਂਟ ਹੋਇਆ, ਜੇਕਰ ਤੁਹਾਡੀ ਆਪਣੀ ਸਪੀਡ ਕੰਟਰੋਲ 'ਚ ਆ ਤਾਂ ਤੁਸੀਂ ਮੰਨ ਲਓ ਉੱਥੇ ਰੋਕ ਸਕਦੇ, ਬਚਾਅ ਹੋ ਸਕਦਾ ਉਸ ਕੇਸ ਦੇ ਵਿੱਚ, ਹੈ ਨਾ, ਠੀਕ ਹੈ ਜੀ। ਇਹ ਬਹੁਤ ਜ਼ਰੂਰੀ ਆ। ਆਪਣੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਸਾਹਮਣੇ ਜੇ ਐਕਸੀਡੈਂਟ ਪਹਿਲਾਂ ਹੀ ਹੋਇਆ ਪਿਆ ਸੀ, ਮੈਂ ਤਾਂ ਬਚ ਗਿਆ ਵਿੱਚ, ਹੈ ਨਾ। ਤੁਹਾਡਾ ਨਾ ਸੜਕ ਦੇ ਉੱਤੇ ਘੱਟੋ ਘੱਟ ਨੈਕਸਟ 5 ਤੋਂ 10 ਸਕਿੰਟ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੜਕ ਦੇ ਉੱਤੇ ਕੀ ਹੋ ਰਿਹਾ। ਤੁਹਾਡੀ ਅਟੈਂਸ਼ਨ ਪੂਰੀ ਹੋਣੀ ਚਾਹੀਦੀ ਹੈ ਸੜਕ ਦੇ ਉੱਤੇ, ਠੀਕ ਹੈ ਜੀ। ਤੁਹਾਡਾ
ਮੇਕ ਸ਼ੋਰ ਯੂ ਆਰ ਨਾਟ ਯੂਜ਼ਿੰਗ ਯੂਰ ਮੋਬਾਈਲ ਫੋਨ, ਹਾਂ, ਟੈਕਸਟ ਮੈਂ ਇੱਥੇ ਮੈਸੇਜਿੰਗ। ਜ਼ਰੂਰ ਕਰੂੰਗਾ ਕਿ ਅੱਜ ਕੱਲ ਇਹ ਬਹੁਤ ਚੱਲ ਰਿਹਾ ਵੀ ਉਹ ਬਿਲਕੁਲ। ਵੀਡੀਓ ਬਣਾਣੀ ਜਾਂ ਬਿਲਕੁਲ। ਵੀਡੀਓ ਦੇਖਦੇ ਰਹਿਣਾ, ਮੋਬਾਈਲ ਇਸਤੇਮਾਲ ਕਰਨਾ, ਇਹ ਆਪਣੇ ਕਾਮਨ ਆ। ਬਿਲਕੁਲ, ਇਹ ਜੀ ਸਭ ਤੋਂ ਵੱਡੀ ਕਹਿ ਲਓ ਵੀ ਲਾਪਰਵਾਹੀ ਹੈ। ਜੇ ਆਪਾਂ ਟਰੱਕ ਚਲਾਉਂਦੇ ਹੋਏ, ਠੀਕ ਹੈ ਜੀ, ਆਪਾਂ ਫੋਨ ਦੇਖਦੇ ਹਾਂ ਜਾਂ ਕੋਈ ਵੀਡੀਓ ਦੇਖਦੇ ਹਾਂ, ਠੀਕ ਹੈ, ਤੁਸੀਂ ਇਹ ਰੀਅਲਾਈਜ਼ ਨਹੀਂ ਕਰਦੇ ਵੀ ਤੁਸੀਂ ਕਿਸੇ ਦਾ ਘਰ ਤਬਾਹ ਕਰ ਸਕਦੇ ਹੋ ਇਸ ਚੱਕਰ ਦੇ ਵਿੱਚ। ਠੀਕ ਕਿਉਂਕਿ ਹੈ ਜੀ? ਤੁਸੀਂ ਮੈਂ ਇੱਥੇ ਜ਼ਰੂਰ ਕਹੂੰਗਾ ਕਿ ਜਿਹੜੇ ਟਰੱਕ ਡਰਾਈਵਰ ਸੜਕ ਤੇ ਚੱਲ ਰਹੇ ਨੇ ਉਹ ਇੱਕ ਬਹੁਤ ਵੱਡਾ ਅੱਗ ਦਾ ਗੋਲਾ ਲੈ ਕੇ ਜਾ ਰਹੇ ਨੇ। ਬਿਲਕੁਲ। ਜੇ ਦੇਖਿਆ ਜਾਵੇ ਬਿਲਕੁਲ, ਮੈਂ ਇਹਨੂੰ ਕਹੂੰਗਾ ਜੀ 80,000 ਪਾਉਂਡ ਦਾ ਬੰਬ। ਹਾਂ ਹਾਂ ਹਾਂਜੀ, ਹਾਂ, ਹੈ ਨਾ, ਬਿਲਕੁਲ। ਕਿਉਂਕਿ ਉਹਦਾ ਕਾਰਨ ਆ ਕਿ ਉਹ ਆਪਣੀ ਜ਼ਿੰਦਗੀ ਤਾਂ ਦਾਅ ਤੇ ਉਹਨਾਂ ਨੂੰ ਲਾਈ ਹੈ, ਲੇਕਿਨ ਜਿਹੜੇ ਸੜਕ ਤੇ ਹੋਰ ਚੱਲ ਰਹੇ ਨੇ ਉਹਨਾਂ ਦੀ ਜ਼ਿੰਦਗੀ ਵੀ ਦਾਅ ਤੇ। ਉਹਨਾਂ ਦੀ ਬਿਲਕੁਲ ਜੀ, ਤੁਸੀਂ ਸਾਹਮਣੇ ਮੰਨ ਲਓ ਕਿਸੇ ਕਾਰ ਦੇ ਵਿੱਚ ਇੱਕ ਫੈਮਿਲੀ ਆ, ਉਹਨਾਂ ਦੇ 2-3 ਬੱਚੇ ਬੈਠੇ ਨੇ, ਠੀਕ ਹੈ ਜੀ, ਤੇ ਤੁਸੀਂ ਪਿੱਛੋਂ ਲਿਜਾ ਕੇ ਟਰੱਕ ਮਾਰ ਦਿੰਦੇ ਹੋ ਕਿਉਂਕਿ ਤੁਸੀਂ ਵੀਡੀਓ ਦੇਖ ਰਹੇ ਸੀ, ਹੈ ਨਾ, ਤੁਹਾਡਾ ਧਿਆਨ ਨਹੀਂ ਗਿਆ, ਹੈ ਨਾ। ਮਤਲਬ ਤੁਸੀਂ ਕਿਵੇਂ ਆਪਦੀ ਜ਼ਿੰਦਗੀ ਬਿਤਾਓਗੇ? ਇਹ 5 ਮੌਤਾਂ ਜਾਂ 4 ਮੌਤਾਂ ਜਾਂ ਕੋਈ ਵੀ ਇੱਦਾਂ ਦੀ ਘਟਨਾ ਹੁੰਦੀ ਹੈ ਤਾਂ ਉਦੋਂ ਦਰਦ ਲੈ ਕੇ ਆਪਦੇ ਨਾਲ, ਹੈ ਨਾ, ਠੀਕ ਹੈ ਜੀ। ਸੋ ਇਸ ਚੀਜ਼ ਨੂੰ ਸਮਝੋ, ਉਹਦੇ ਵਿੱਚ ਕੋਈ ਵੀ ਹੋ ਸਕਦਾ, ਤੁਹਾਡਾ ਆਪ ਦਾ ਫੈਮਿਲੀ ਮੈਂਬਰ ਵੀ ਹੋ ਸਕਦਾ, ਹੈ ਨਾ, ਕੋਈ ਰਿਸ਼ਤੇਦਾਰ ਜਾਂ ਕੁਛ ਵੀ, ਹੈ ਨਾ, ਉਸ ਗੱਡੀ ਦੇ ਵਿੱਚ, ਹੈ ਨਾ। ਤੇ ਇਹ ਇੱਕ ਬਹੁਤ ਜ਼ਰੂਰੀ ਗੱਲ ਹੈ ਵੀ ਜਿਹੜਾ ਤੁਸੀਂ ਟਰੱਕ ਚਲਾਉਣਾ ਇਜ਼ ਏ ਫੁੱਲ ਟਾਈਮ ਜੌਬ ਇਟਸੈਲਫ, ਠੀਕ ਹੈ ਜੀ, ਵੀ ਉਸ ਜੌਬ ਦੇ ਨਾਲ ਕੋਈ ਹੋਰ ਨਾਲ ਸਾਈਡ ਤੇ ਕੰਮ ਨਾ ਕਰੋ, ਨਾ ਹੀ ਟੈਕਸਟ ਮੈਸੇਜ, ਨਾ ਹੀ ਵੀਡੀਓ, ਤੇ ਨਾ ਹੀ ਫੋਨ ਦੀ ਵਰਤੋਂ, ਠੀਕ ਹੈ ਜੀ। ਜਦੋਂ ਵੀ ਤੁਹਾਡਾ ਫੋਨ ਕਰਨ ਨੂੰ ਦਿਲ ਕਰਦਾ, ਤੁਸੀਂ ਆਪਦਾ ਜਾਂ ਟੈਕਸਟ ਮੈਸੇਜ ਕਰਨ ਨੂੰ ਦਿਲ ਕਰਦਾ, ਆਪਦਾ ਟਰੱਕ ਸਾਈਡ ਤੇ ਲਗਾਓ 10 ਮਿੰਟ, ਹੈ ਨਾ, ਤੇ ਉਹ ਗੱਲਾਂ ਬਾਤਾਂ ਕਰਕੇ ਤੇ ਆਪਦਾ ਗਾਂਹ ਤੁਰੋ, ਠੀਕ ਹੈ ਜੀ। ਤੇ ਪਰ ਪਲੀਜ਼ ਮੇਰੀ ਸਾਰੇ ਡਰਾਈਵਰ ਵੀਰਾਂ ਨੂੰ ਬੇਨਤੀ ਆ ਵੀ ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਆ ਵੀ ਤੁਸੀਂ ਜਣਦੀ ਟਰੱਕ ਚਲਾਉਂਦੇ ਹੋਏ ਜਿਹੜੀ ਕਿ ਆਲਰੇਡੀ ਇਹ ਲਾਪਰਵਾਹੀਆਂ ਤੋਂ ਬਚੋ। ਤੇ ਬਚੋ। ਜਿਹੜੀ ਟਿਕਟਿੰਗ ਦੇ ਵਿੱਚ ਪੁਆਇੰਟ ਸਿਸਟਮ ਆ ਜੀ, ਉਹਦਾ ਕਿੰਨਾ ਕੁ ਇੰਪੈਕਟ ਪੈਂਦਾ? ਟਿਕਟਿੰਗ ਦੇ ਵਿੱਚ ਇੱਕ ਤਾਂ ਜੀ, ਜਿਵੇਂ ਫੋਰ ਐਗਜ਼ਾਮਪਲ ਇਹ ਵੀ ਮੈਂ ਇੱਕ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦਾ, ਜਿਹੜਾ ਪੁਆਇੰਟ ਸਿਸਟਮ ਹੈ DMV ਨਾ, ਤੁਹਾਨੂੰ 1 ਸਾਲ ਦੇ ਵਿੱਚ 4 ਪੁਆਇੰਟ, ਕੈਲੀਫੋਰਨੀਆ ਹਰ DMV ਹਰ ਸਟੇਟ ਦਾ ਵੱਖਰਾ ਹੈ, ਪਰ ਤਕਰੀਬਨ ਸਿਮਿਲਰ ਹੀ ਹੈ। ਜਿਵੇਂ 1 ਸਾਲ ਦੇ ਵਿੱਚ ਕੈਲੀਫੋਰਨੀਆ DMV ਤੁਹਾਨੂੰ 4 ਪੁਆਇੰਟ ਦਿੰਦੀ ਹੈ, 2 ਸਾਲ 'ਚ 6, 3 ਸਾਲ 'ਚ 8 ਪੁਆਇੰਟ ਦਿੰਦੀ ਹੈ, ਠੀਕ ਹੈ ਜੀ। ਜੇਕਰ ਪਹਿਲੇ ਸਾਲ, ਜਿਵੇਂ ਕਲੌਕ ਤੁਹਾਡਾ ਸ਼ੁਰੂ ਹੁੰਦਾ ਹੈ ਜਦੋਂ ਤੁਹਾਨੂੰ ਪਹਿਲੀ ਟਿਕਟ ਮਿਲ ਜਾਂਦੀ ਹੈ, ਬਿਲਕੁਲ। ਫੋਰ ਐਗਜ਼ਾਮਪਲ ਤੁਹਾਨੂੰ ਮਈ 1 ਨੂੰ ਟਿਕਟ ਮਿਲ ਗਈ ਪਹਿਲੀ 2020 ਨੂੰ, ਠੀਕ ਹੈ ਜੀ। ਹੁਣ ਮਈ 1 2021 ਤੋਂ ਪਹਿਲਾਂ ਜੇ ਤੁਸੀਂ 2 ਹੋਰ ਟਿਕਟਾਂ ਲੈ ਲੈਂਦੇ ਹੋ ਤਾਂ ਤੁਹਾਡਾ ਲਾਇਸੈਂਸ DMV ਸਸਪੈਂਡ ਕਰ ਦੇ, ਠੀਕ ਹੈ ਜੀ। ਤੇ ਇੱਕ ਟਿਕਟ ਦਾ DMV 1.5 ਪੁਆਇੰਟ ਕੱਟਦੀ ਹੈ, ਓਕੇ ਜੀ। 1.5 ਪੁਆਇੰਟ, 2 ਟਿਕਟਾਂ ਦਾ 3 ਤੇ 3 ਟਿਕਟਾਂ ਦਾ 4.5 ਹੋ ਗਿਆ, ਤੇ ਤੁਹਾਨੂੰ ਪੁਆਇੰਟ ਮਿਲੇ ਨੇ 4, ਹੈ ਨਾ, ਠੀਕ ਹੈ ਜੀ। ਇੱਕ ਦੂਜੀ ਚੀਜ਼ ਮੈਂ ਬੜੀ ਕਾਮਨ ਜੀ ਗੱਲ ਹੁੰਦੀ ਹੈ ਵੀ ਆਪਣੇ ਡਰਾਈਵਰ ਭਰਾ ਜਿਹੜੇ ਨਾ ਇੱਕ ਅਟਰਨੀ ਹਾਇਰ ਕਰ ਲੈਂਦੇ, ਠੀਕ ਹੈ ਜੀ। ਉਹ ਅਟਰਨੀ ਕੀ ਕਰਦੇ ਨੇ ਨਾ, ਫਿਰ ਤੁਹਾਡਾ ਕੋਰਟ ਦੇ ਵਿੱਚ ਜਾਂਦੇ ਨੇ, ਠੀਕ ਹੈ ਜੀ, ਤੁਹਾਡੇ ਬਿਹਾਫ ਤੇ ਉਹ ਟਿਕਟ ਨੈਗੋਸ਼ੀਏਟ ਕਰਕੇ ਮਤਲਬ ਕੋਰਟ ਦੇ ਨਾਲ ਉਹ ਕੋਈ ਇਦਾਂ ਦੀ ਟਿਕਟ 'ਚ ਕਨਵਰਟ ਕਰ ਲੈਂਦੇ ਨੇ ਜਿਹਦੇ 'ਚ ਕਿ ਤੁਸੀਂ ਫਾਈਨ ਤਾਂ ਪੇ ਕਰਨਾ ਹੈ, ਬਟ ਤੁਹਾਡਾ ਕੋਈ ਪੁਆਇੰਟ ਨਹੀਂ ਕੱਟਿਆ ਜਾਏਗਾ, ਠੀਕ ਹੈ ਜੀ। ਉਹ ਠੀਕ ਹੈ, ਤੁਹਾਡੇ ਲਾਇਸੈਂਸ ਨੂੰ ਜ਼ਰੂਰ ਬਚਾ ਦਿੰਦਾ, ਠੀਕ ਹੈ ਜੀ, ਕਿਉਂਕਿ ਤੁਹਾਡਾ ਉਹ ਲਾਇਸੈਂਸ ਤੇ ਪੁਆਇੰਟ ਕੋਈ ਕੱਟਿਆ ਸ਼ੋ ਨਹੀਂ ਹੋਣਾ, ਉਹ 0 ਪੁਆਇੰਟ ਮੰਨਿਆ ਜਾਣਾ, ਠੀਕ ਹੈ ਜੀ। ਪਰ ਇੰਸ਼ੋਰੈਂਸ ਵਾਲੀ ਸਾਈਡ ਤੇ ਉਹ ਸਟਿਲ ਇਫੈਕਟ ਕਰਦੀ ਹੈ ਟਿਕਟ। ਅੱਛਾ, ਉਹ ਸਟਿਲ ਇਫੈਕਟ ਕਰਦੀ, ਕਿਉਂਕਿ ਇੰਸ਼ੋਰੈਂਸ ਡਸਨਟ ਗੋ ਬਾਈ ਪੁਆਇੰਟਸ, ਹੈ ਨਾ, ਉਹ ਸਿਰਫ ਦੇਖਦੇ ਨੇ ਵੀ ਕਿੰਨੇ ਇਨਸੀਡੈਂਟ ਹੋਏ। ਇੰਸ਼ੋਰੈਂਸ ਪੁਆਇੰਟਾਂ ਦੇ ਨਾਲ ਨਹੀਂ ਚੱਲਦੀ, ਠੀਕ ਹੈ, ਕਿਉਂਕਿ ਉਹ ਤੁਹਾਡੇ ਡਰਾਈਵਿੰਗ ਰੈਕਟ ਤੇ ਸਟਿਲ ਉਹ ਸ਼ੋ ਕਰੇਗਾ ਵੀ ਤੁਸੀਂ ਉਹ ਸਪੀਡਿੰਗ ਕੀਤੀ ਸੀ, ਪਰ ਉਹਦਾ ਕੋਈ ਪੁਆਇੰਟ ਨਹੀਂ ਕੱਟਦਾ, ਬਿਲਕੁਲ, ਠੀਕ ਹੈ ਜੀ। ਤੇ ਉਹ ਇੱਕ ਬੜਾ ਜ਼ਰੂਰੀ ਫੈਕਟਰ ਆ। ਕਈ ਵਾਰੀ ਆਪਾਂ ਸਮਝ ਲੈਂਦੇ ਹਾਂ ਵੀ ਹੁਣ ਤਾਂ ਮੇਰਾ ਕੋਈ ਪੁਆਇੰਟ ਹੀ ਨਹੀਂ ਕੱਟਿਆ ਗਿਆ, ਹੁਣ ਮੈਂ ਜੋ ਮਰਜ਼ੀ ਕਰ ਸਕਦਾ, ਨਹੀਂ, ਉਹ ਸਟਿਲ ਤੁਹਾਡੇ ਰੈਕਟ ਦੇ ਉੱਤੇ 3 ਸਾਲ ਲਈ ਰਹਿਣੀ ਆ, ਤੇ 3 ਸਾਲ ਉਹਨੇ ਤੁਹਾਨੂੰ ਇਫੈਕਟ ਕਰਨਾ, ਠੀਕ ਹੈ ਜੀ। ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆਂ ਜੀ, ਆਪਣੀ ਜਿਹੜੀ ਨਾ ਜੇਕਰ ਤੁਸੀਂ ਫੋਨ ਦੀ ਵਰਤੋਂ ਕਰਦੇ ਹੋ ਟਰੱਕ ਚਲਾਉਂਦੇ ਵਕਤ, ਉਹਨੂੰ ਨਾ ਹੁਣ DOT ਨੇ ਸੇਮ ਐਜ਼ DUI ਜਾਂ ਮੇਜਰ ਟਿਕਟ ਦੇ ਬਰਾਬਰ ਉਹਨੂੰ ਵੇ ਕਰਦੀ, ਠੀਕ ਹੈ। ਅੱਛਾ, ਹਾਂਜੀ। ਤੇ ਇਹਨੂੰ ਇੰਨਾ ਕੁ ਜ਼ਿਆਦਾ ਸੀਰੀਅਸਲੀ ਲੈ ਰਹੇ ਨੇ, ਜੇਕਰ ਮੰਨ ਲਓ ਤੁਸੀਂ ਕੋਈ ਨੈਗਲੀਜੈਂਟ ਡਰਾਈਵਿੰਗ ਕਰ ਰਹੇ ਹੋ ਜਾਂ ਸਪੀਡਿੰਗ ਓਵਰ 100 ਕਰ ਰਹੇ ਹੋ ਜਾਂ ਮਤਲਬ DUI ਮਤਲਬ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਟਰੱਕ ਚਲਾ ਰਹੇ ਹੋ, ਠੀਕ ਹੈ ਜੀ। ਜਿਹੜਾ ਫੋਨ ਦੀ ਵਰਤੋਂ ਕਰਨਾ ਟਰੱਕ ਚਲਾਉਂਦੇ ਹੋਏ ਉਹਦੇ ਵੀ ਸੇਮ ਪੁਆਇੰਟ ਹੀ ਕੱਟਦੀ ਹੈ DOT, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ। ਹਾਂਜੀ। ਤੇ ਇਸ ਕਰਕੇ ਇਹ ਇੱਕ ਬਹੁਤ ਹੀ ਸੀਰੀਅਸ ਕਹਿ ਲਓ ਵੀ ਜਿਹੜਾ ਆਪਾਂ ਟਰੱਕ ਚਲਾਉਂਦੇ ਹੋਏ ਕਰਦੇ ਆ, ਇਸ ਤਰ੍ਹਾਂ ਦੀ ਚੀਜ਼ ਦੀ ਵਰਤੋਂ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ, ਸਪੈਸ਼ਲੀ ਇਹਦਾ ਅਸਰ ਇਹ ਹੁੰਦਾ ਜੀ ਕਿ ਜਾਂ ਤਾਂ ਤੁਹਾਡਾ ਪ੍ਰੀਮੀਅਮ ਬਹੁਤ ਜ਼ਿਆਦਾ ਮਹਿੰਗਾ ਹੋ ਜਾਏਗਾ, ਬਿਲਕੁਲ, ਜਾਂ ਕਈ ਕੰਪਨੀਆਂ ਤਾਂ ਡਿਨਾਈ ਵੀ ਕਰ ਦਿੰਦੀਆਂ ਇੱਥੇ ਤੱਕ ਕਿ ਵੀ ਅਸੀਂ ਇਸ ਕੰਪਨੀ ਦੀ ਇੰਸ਼ੋਰੈਂਸ ਨਹੀਂ ਕਰਨੀ ਜਿਹਦੇ ਕਲੇਮ ਪਹਿਲਾਂ ਬਹੁਤ ਜ਼ਿਆਦਾ ਹੋਣ। ਬਿਲਕੁਲ ਜੀ, ਇਦਾਂ ਦਾ ਵੀ ਆ ਜਾਂਦਾ। ਸਹੀ ਗੱਲ ਹੈ ਜੀ। ਦੋਨੇ ਚੀਜ਼ਾਂ ਹੋ ਜਾਂਦੀਆਂ ਨੇ। ਜਾਂ ਤਾਂ ਉਹ ਡਰਾਈਵਰ ਨੂੰ ਜੌਬ ਲੈਣ 'ਚ ਵੀ ਮੁੜ ਕੇ ਮੁਸ਼ਕਿਲ ਆ ਜਾਂਦੀ ਕਿਉਂਕਿ ਉਹਦੇ ਤੇ ਟਿਕਟਾਂ ਬਹੁਤ ਨੇ, ਜਾਂ ਜੇ ਉਹਦੀ ਆਪਦੀ ਟਰੱਕਿੰਗ ਕੰਪਨੀ ਉਹਨੂੰ ਇੰਸ਼ੋਰੈਂਸ ਲੈਣੀ ਵੀ ਔਖੀ ਹੋ ਜਾਂਦੀ ਹੈ।
ਜੇ ਇੰਸ਼ੋਰੈਂਸ ਜਾਂ ਮਹਿੰਗੀ ਹੁੰਦੀ ਜਾਏਗੀ ਜਾਂ ਤਕਰੀਬਨ ਡਿਕਲਾਈਨ ਹੀ ਹੁੰਦਾ ਜਾਏਗਾ। ਡਿਕਲਾਈਨ ਹੁੰਦਾ ਜਾਏਗਾ। ਸੋ ਇਹ ਸੀ ਅੱਜ ਦੀ ਚਰਚਾ, ਔਰ ਇੱਕ ਅਵੇਅਰਨੈਸ ਸੀ, ਇਹ ਅਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟਰੱਕ ਡਰਾਈਵਰ ਜਿਹੜੇ ਆ ਉਹ ਲਾਪਰਵਾਹੀ ਬਿਲਕੁਲ ਨਾ ਵਰਤਣ ਜਦੋਂ ਰੋਡ ਤੇ ਉਹ ਚਲੇ ਨੇ, ਕਿਉਂਕਿ ਉਹ ਆਪਣੀ ਜ਼ਿੰਦਗੀ ਤਾਂ ਦਾਅ ਤੇ ਲਾ ਰਹੇ, ਹੋਰਾਂ ਦੀ ਜ਼ਿੰਦਗੀ ਵੀ ਦਾਅ ਤੇ ਲਾ ਰਹੇ। ਇਹਦੇ ਨਾਲ ਨਾਲ ਜਿਹੜਾ ਇੰਸ਼ੋਰੈਂਸ ਦਾ ਪ੍ਰੀਮੀਅਮ ਆ, ਜਿਹੜਾ ਟਰੱਕਿੰਗ ਇੰਡਸਟਰੀ ਤੇ ਬਹੁਤ ਵੱਡਾ ਇੰਪੈਕਟ ਛੱਡਦਾ ਵਾ, ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਤੁਹਾਡਾ ਬਹੁਤ ਜ਼ਿਆਦਾ ਵੱਧ ਜਾਂਦਾ। ਸੋ ਲਾਪਰਵਾਹੀ ਤੋਂ ਬਚਣ। ਦੂਸਰਾ, ਜਿਹੜੇ ਓਨਰ ਨੇ ਉਹ ਵੀ ਜਿਹੜਾ ਟਰੱਕ ਡਰਾਈਵਰ ਦੀ ਹੈ ਜਿਹੜੀ ਡਰਾਈਵਿੰਗ ਹਿਸਟਰੀ ਦੇਖਣ ਜ਼ਰੂਰ, ਔਰ ਐਕਸਪੀਰੀਅੰਸ ਡਰਾਈਵਰ ਹੀ ਹਾਇਰ ਕਰਨ। ਸੋ ਅੱਜ ਦੀ ਚਰਚਾ ਐਸੀ ਜਗਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਜਾਣਕਾਰੀ ਮੁਹੱਈਆ ਕਰਵਾਈ ਹੈ। ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਆ ਜਿਹੜੇ ਕਿ ਇਸ ਇੰਡਸਟਰੀ ਨਾਲ ਜੁੜੇ ਆ ਉਹ ਜ਼ਰੂਰ ਇਹ ਤੋਂ ਫਾਇਦਾ ਚੁੱਕਣਗੇ। ਅਗਲੇ ਹਫਤੇ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.com। ਅਗਲੇ ਹਫਤੇ ਫੇਰ ਮਿਲਾਂਗੇ ਨਵੀਂ ਚਰਚਾ ਦੇ ਨਾਲ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।